ਪਹਿਲੀ ਪੇਸ਼ੀ ਦੇ ਅੰਦਰ ਵਜ਼ੀਰ ਖਾਂ ਨੇ ਬੜੇ ਲਾਲਚ ਦਿੱਤੇ, ਬੜੇ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਕਿਹਾ ਕਿ ਤੁਹਾਨੂੰ ਦਿੱਤੀਆਂ ਜਾਣਗੀਆਂ, ਸੁੱਖ ਆਰਾਮ ਦਿੱਤੇ ਜਾਣਗੇ, ਖਾਣ ਪੀਣ ਦੀਆਂ ਚੀਜ਼ਾਂ ਦੇ ਲਾਲਚ ਦਿੱਤੇ, ਕਿਉਂਕਿ ਇਹ ਬੱਚੇ ਸਮਝਦੇ ਸਨ ਕਿ ਇਹ ਆਮ ਬੱਚਿਆਂ ਵਾਂਗ ਬੱਚੇ ਹਨ ਤੇ ਬੱਚੇ ਜਿਹੜੇ ਹੈ ਉਹ ਪਿਆਰ ਦੇ ਨਾਲ, ਲਾਡ ਦੇ ਨਾਲ ਮੰਨ ਜਾਂਦੇ ਆ। ਪਹਿਲੀ ਪੇਸ਼ੀ ਦੇ ਅੰਦਰ ਇਹਨਾਂ ਨੇ ਇੱਦਾਂ ਹੀ ਕੀਤਾ, ਪਰ ਸਾਹਿਬਜ਼ਾਦਿਆਂ ਨੇ ਬੜੀ ਦ੍ਰਿੜਤਾ ਦੇ ਨਾਲ, ਬੜੀ ਦਲੇਰੀ ਦੇ ਨਾਲ ਜਵਾਬ ਦਿੱਤੇ। ਅਗਲੇ ਦਿਨ ਫਿਰ ਦੂਸਰੀ ਪੇਸ਼ੀ ਦੇ ਅੰਦਰ ਇਹਨਾਂ ਨੇ ਥੋੜ੍ਹੀ ਸਖਤੀ ਵਰਤੀ ਤੇ ਉਹ ਵੀ ਸਾਹਿਬਜ਼ਾਦਿਆਂ ਨੇ ਝੱਲ ਲਈ, ਪਰ ਜਿਹੜਾ ਇਹਨਾਂ ਦਾ ਧਰਮ ਸੀ ਉਹ ਕਬੂਲਣ ਤੋਂ ਇਨਕਾਰ ਕਰ ਦਿੱਤਾ ਕਿ ਆਪਣਾ ਧਰਮ ਛੱਡ ਕੇ, ਹੱਕ ਤੇ ਸੱਚ ਨੂੰ ਛੱਡ ਕੇ ਤੇ ਸੰਸਾਰੀ ਸੁੱਖਾਂ ਦੇ ਲਾਲਚ ਕਰਕੇ ਇਹਨਾਂ ਦੇ ਮਗਰ ਪੈ ਕੇ ਆਪਣੇ ਧਰਮ ਨੂੰ ਛੱਡ ਦੇਣਾ, ਇਹ ਸਾਡੇ ਹਿੱਸੇ ਨਹੀਂ ਆਉਂਦਾ। ਇਸ ਪ੍ਰਕਾਰ ਫਿਰ ਦੂਸਰੇ ਦਿਨ ਜਿਹੜੇ ਇਹ ਸੁੱਚਾਨੰਦ ਇਸ ਦਾ ਵਜ਼ੀਰ ਸੀ, ਜਿਹਦਾ ਨਾਮ ਬਾਅਦ ਦੇ ਵਿੱਚ ਖਾਲਸੇ ਨੇ ਝੂਠਾਨੰਦ ਰੱਖਿਆ, ਇਹਨੇ ਫਿਰ ਵਜ਼ੀਰ ਖਾਂ ਨੂੰ ਕਹਿ ਕੇ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ, ਕਿਉਂਕਿ ਇਹ ਬੜੀਆਂ ਇਹਨੇ ਗੱਲਾਂ ਜਿਹੜੀਆਂ ਕਿ ਜਿਵੇਂ ਸੂਲਾਂ ਹੁੰਦੀਆਂ ਉਹਨਾਂ ਦੀਆਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਆ, ਬੜੇ ਇਸ ਨੇ ਅਪਸ਼ਬਦ ਜਿਹੜੇ ਬੋਲੇ ਕਿ ਜਿਵੇਂ ਸੱਪ ਦੇ ਬੱਚੇ ਜਿਹੜੇ ਹੁੰਦੇ ਉਹ ਜੇ ਆਪਾਂ ਉਹਨਾਂ ਨੂੰ ਪਾਲੀਏ ਤੇ ਉਹ ਪਾਲਣ ਦੇ ਨਾਲ ਆਪਾਂ ਨੂੰ ਹੀ ਨੁਕਸਾਨ ਦਿੰਦੇ ਆ। ਪਰ ਇਹਨੇ ਜਦੋਂ ਬੜੀਆਂ ਇੱਦਾਂ ਦੀਆਂ ਗੱਲਾਂ ਕਹੀਆਂ, ਫਿਰ ਇਸ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਪੁੱਛ ਲਓ, ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਤੁਸੀਂ ਬਾਹਰ ਜਾ ਕੇ ਕੀ ਕਰੋਗੇ ਜਦੋਂ ਤੁਹਾਨੂੰ ਆਜ਼ਾਦ ਕਰ ਦਿੱਤਾ। ਤੇ ਇਤਿਹਾਸਕਾਰਾਂ ਦੇ ਵਿੱਚੋਂ ਇੱਕ ਡਾਕਟਰ ਮੁਹੰਮਦ ਲਤੀਫ ਹੋਇਆ, ਉਸ ਨੇ ਜ਼ਿਕਰ ਕੀਤਾ ਕਿ ਸਾਹਿਬਜ਼ਾਦਿਆਂ ਨੂੰ ਬਾਹਰ ਜਿਹੜੀਆਂ ਦੁਕਾਨਾਂ ਹੁੰਦੀਆਂ ਉਹਨਾਂ ਦੇ ਕੋਲ ਲੈ ਗਏ ਕਿ ਦੇਖਦੇ ਆ ਵੀ ਇਹ ਕਿਹੜੀਆਂ ਦੁਕਾਨਾਂ ਤੇ ਜਾ ਕੇ ਕਿਹੜੀ ਚੀਜ਼ ਖਰੀਦਦੇ ਆ, ਕਿਹੜੀ ਚੀਜ਼ ਨੂੰ ਚੱਕਦੇ ਆ। ਤੇ ਸਾਹਿਬਜ਼ਾਦਿਆਂ ਨੇ ਨਾ ਖਿਡੌਣਿਆਂ ਦੀਆਂ ਦੁਕਾਨਾਂ ਵੱਲ ਵੇਖਿਆ, ਨਾ ਮਠਿਆਈਆਂ ਦੀਆਂ ਦੁਕਾਨਾਂ ਵੱਲ ਵੇਖਿਆ, ਤੇ ਜਿੱਥੇ ਕੋਈ ਲੋਹੇ ਦੇ ਸ਼ਸਤਰ ਜਿਹੜੇ ਹੈ ਉਹ ਬਣਾਏ ਜਾ ਰਹੇ ਸੀ, ਤਿੱਖੇ ਕੀਤੇ ਜਾ ਰਹੇ ਸੀ, ਉੱਥੋਂ ਜਾ ਕੇ ਦੋ ਸਰੀਸਭਾ ਚੁੱਕ ਲਈਆਂ ਤੇ ਪੁੱਛਿਆ ਵੀ ਤੁਸੀਂ ਇਹ ਕਿਉਂ ਚੱਕੀਆਂ। ਕਹਿਣ ਲੱਗੇ ਸ਼ਸਤਰਾਂ ਦੇ ਨਾਲ ਸਾਡੀ ਪ੍ਰੀਤੀ ਹੈ ਤੇ ਇਹਨਾਂ ਨੂੰ ਅਸੀਂ ਇਕੱਠਿਆਂ ਕਰਕੇ ਫਿਰ ਖਾਲਸੇ ਨੂੰ ਇਕੱਠਿਆਂ ਕਰਕੇ ਜ਼ੁਲਮ ਦੇ ਖਿਲਾਫ ਲੜਾਈ ਜਿਹੜੀ ਉਹ ਲੜਾਂਗੇ। ਤੇ ਜਦੋਂ ਇਹ ਗੱਲਾਂ ਸੁਣੀਆਂ, ਜਿਹੜਾ ਸਰਹੰਦ ਦਾ ਵਜੀਦਾ ਸੀ ਉਹਨੂੰ ਫਿਰ ਆਖਿਆ ਸੁੱਚਾਨੰਦ ਨੇ ਕਿ ਦੇਖ ਲਓ, ਇਹਨਾਂ ਨੇ ਵੱਡੇ ਹੋ ਕੇ ਵੀ ਤੁਹਾਡੇ ਨਾਲ ਜੰਗ ਯੁੱਧ ਹੀ ਕਰਨੇ ਆ। ਤੇ ਵਜ਼ੀਰ ਖਾਂ ਕਹਿਣ ਲੱਗਿਆ ਕਿ ਤੁਹਾਡਾ ਪਿਤਾ ਤੇ ਚਮਕੌਰ ਦੀ ਜੰਗ ਅੰਦਰ ਮਾਰਿਆ ਗਿਆ, ਤੁਹਾਡੇ ਭਰਾ ਜਿਹੜੇ ਆ ਉਹ ਮਾਰੇ ਗਏ, ਖਾਲਸਾ ਸਾਰਾ ਮਾਰਿਆ ਗਿਆ। ਤਾਂ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਜੀ ਹਨ, ਉਹਨਾਂ ਦਾ ਰਾਖਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਤੇ ਆਪ ਉਹ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹਨ। ਇਸ ਦੁਨੀਆ ਦੇ ਅੰਦਰ ਕੋਈ ਇੱਦਾਂ ਦਾ ਸ਼ਖਸ ਨਹੀਂ ਬਣਿਆ ਜਿਹੜਾ ਉਹਨਾਂ ਨੂੰ ਇਹ ਕੰਮ ਕਰ ਸਕੇ ਕਿ ਮਾਰ ਸਕੇ। ਇਸ ਪ੍ਰਕਾਰ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਜਦੋਂ ਇਹ ਨਾ ਮੰਨੇ, ਫਿਰ ਇਹਨਾਂ ਨੇ ਕਾਜ਼ੀਆਂ ਨੇ, ਮੁਲਾਣਿਆਂ ਨੇ ਮਿਲ ਕਰਕੇ ਕਿ ਇਹਨਾਂ ਨੂੰ ਕੋਈ ਸਜ਼ਾ ਜਿਹੜੀ ਹੈ ਉਹ ਮੁਸਲਮਾਨੀ ਧਰਮ ਦੇ ਅਨੁਸਾਰ ਦਿੱਤੀ ਜਾਏ। ਪਹਿਲਾਂ ਜਿਹੜੇ ਕਾਜ਼ੀ ਸਨ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਇਹ ਸ਼ਰਅ ਤੋਂ ਉਲਟ ਜਿਹੜੀ ਸਜ਼ਾ ਹੋਏਗੀ, ਕਿਉਂਕਿ ਬਾਲਕ ਹਨ ਤੇ ਬੱਚੇ ਨੂੰ ਸਜ਼ਾ ਦੇਣੀ ਇਹ ਦੀਨ ਤੋਂ, ਸ਼ਰਅ ਤੋਂ ਉਲਟ ਗੱਲ ਹੈ। ਪਰ ਮਾਇਆ ਜਿਹੜੀ ਹੈ ਇਹ ਸਭ ਕੁਝ ਕਰਾ ਦਿੰਦੀ ਹੈ। ਵੱਢੀ ਦਿੱਤੀ ਗਈ, ਰਿਸ਼ਵਤ ਦਿੱਤੀ ਗਈ ਤੇ ਉਹ ਲੈ ਕੇ ਫਿਰ ਇਹਨਾਂ ਕਾਜ਼ੀਆਂ ਨੇ ਫਤਵਾ ਜਾਰੀ ਕੀਤਾ ਕਿ
ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਏ। ਜਦੋਂ ਇਹ ਗੱਲ ਸਾਹਮਣੇ ਆਈ ਤੇ ਉਦੋਂ ਦੀ ਜਿਹੜੀ ਪੇਸ਼ੀ ਸੀ, ਦੂਜੀ ਪੇਸ਼ੀ ਫਿਰ ਵਾਪਸ ਭੇਜ ਦਿੱਤਾ। ਤੇ ਇੱਧਰ ਮਾਤਾ ਗੁਜਰ ਕੌਰ ਜੀ ਦੇ ਪਾਸ ਜਦੋਂ ਠੰਡੇ ਬੁਰਜ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਸਿਪਾਹੀ ਛੱਡ ਕੇ ਗਏ ਤੇ ਸਾਹਿਬਜ਼ਾਦੇ ਸਾਰੀ ਪੇਸ਼ੀ ਦਾ ਹਾਲ ਜਿਵੇਂ ਜਿਵੇਂ ਹੋਇਆ, ਜਿਹੜੇ ਜਿਹੜੇ ਨੇ ਜੋ ਕੁਝ ਆਖਿਆ, ਕੀ ਕੀ ਜਵਾਬ ਦਿੱਤੇ, ਉਹ ਸਾਰੀ ਗੱਲ ਆ ਕੇ ਮਾਤਾ ਜੀ ਨੂੰ ਸੁਣਾਉਂਦੇ ਸਨ ਕਿ ਅੱਜ ਅਸੀਂ ਇੱਦਾਂ ਜਵਾਬ ਦਿੱਤਾ, ਅੱਜ ਅਸੀਂ ਇੱਦਾਂ ਜਵਾਬ ਦਿੱਤਾ। ਤੇ ਮਾਤਾ ਜੀ ਹੋਰ ਦਲੇਰੀ ਉਹਨਾਂ ਨੂੰ ਦਿੰਦੇ, ਗੁਰੂਆਂ ਦੀਆਂ, ਆਪਣੇ ਦਾਦਿਆਂ ਦੀਆਂ ਕਥਾ ਕਹਾਣੀਆਂ, ਧਰਮ ਦਾ ਪਾਠ ਜਿਹੜਾ ਉਹ ਪੜ੍ਹਾਉਂਦੇ ਕਿ ਤੁਹਾਡੇ ਦਾਦੇ ਗੁਰੂ ਦੇ ਬਚਨ ਹਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹੇ ਨਾ ਛੋਡੀਐ। ਕਿ ਤੁਹਾਡੇ ਦਾਦੇ ਗੁਰੂ ਦੇ ਬਚਨ ਹਨ ਕਿ ਧਰਮ ਜਿਹੜਾ ਉਹ ਕਿਸੇ ਹਾਲਤ 'ਚ ਵੀ ਨਹੀਂ ਛੱਡਣਾ। ਇਸ ਪ੍ਰਕਾਰ ਫਿਰ ਇੱਥੇ ਹੀ ਜਿਹੜਾ ਜਿਸ ਨੇ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਦੁੱਧ ਦੀ ਸੇਵਾ ਜਿਹੜੀ ਉਹ ਕੀਤੀ, ਭਾਈ ਮੋਤੀ ਰਾਮ ਜੀ ਮਹਿਰਾ, ਇਹ ਉਸ ਇਹਦੀ ਸੂਬੇ ਦੀ ਜਿਹੜੀ ਕੈਦੀ ਕੀਤੇ ਹੋਏ ਸਨ, ਕੈਦ ਦੇ ਵਿੱਚ ਰੱਖੇ ਹੋਏ ਸਨ, ਉਹਨਾਂ ਦਾ ਲੰਗਰ ਪਾਣੀ ਬਣਾਉਣ ਦੀ ਇਹਦੀ ਨੌਕਰੀ ਸੀ, ਮੋਤੀ ਰਾਮ ਮਹਿਰੇ ਦੀ। ਇਹ ਉਹਨਾਂ ਵਾਸਤੇ, ਕੈਦੀਆਂ ਵਾਸਤੇ ਲੰਗਰ ਪਾਣੀ ਬਣਾਉਂਦਾ ਤੇ ਇਹ ਉਹਦੀ ਨੌਕਰੀ, ਇਹਨੂੰ ਤਨਖਾਹ ਮਿਲਦੀ, ਉੱਥੇ ਕੰਮ ਕਰਦਾ ਸੀ। ਜਦੋਂ ਇਹਨੂੰ ਪਤਾ ਚੱਲਿਆ ਵੀ ਇੱਦਾਂ ਇਹ ਸ਼ਰਧਾਲੂ ਸੀ ਗੁਰੂ ਘਰ ਦਾ, ਇਹਨੇ ਘਰੇ ਜਾ ਕੇ ਬੜਾ ਉਦਾਸ ਹੋਇਆ, ਅੱਖਾਂ 'ਚੋਂ ਇਹਦੇ ਹੰਝੂ ਆ ਰਹੇ, ਬੈਠਾ ਰੋ ਰਿਹਾ। ਇਹਦੀ ਮਾਤਾ ਨੇ ਪੁੱਛਿਆ ਵੀ ਤੂੰ ਰੋਂਦਾ ਕਿਉਂ ਹੈ? ਫਿਰ ਇਹਨੇ ਸਾਰੀ ਗੱਲਬਾਤ ਦੱਸੀ ਤੇ ਇਹ ਕਹਿਣ ਲੱਗਿਆ, ਮੇਰੀ ਇੱਛਾ ਹੈ ਕਿ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਉਹਨਾਂ ਨੇ 2 ਦਿਨ ਹੋ ਗਏ ਤੇ ਵਜੀਦੇ ਨੇ ਉਹਨਾਂ ਦਾ ਖਾਣ ਪਾਣ, ਰੋਟੀ ਕੱਪੜਾ ਸਭ ਕੁਝ ਬੰਦ ਕੀਤਾ ਹੋਇਆ ਤੇ 2 ਦਿਨਾਂ ਤੋਂ ਭੁੱਖਣ ਭਾਣੇ ਆ। ਇਸ ਕਰਕੇ ਮੈਂ ਦੁੱਧ ਦੀ ਗਰਮ ਜਿਹੜਾ ਛਕਾ ਕੇ ਤੇ ਆਪਣਾ ਜੀਵਨ ਜਿਹੜਾ ਉਹ ਸਫਲ ਸਮਝਾਂਗਾ ਕਿ ਉਹ ਕਿੰਨਾ ਦੁੱਖ ਸਾਡੇ ਵਾਸਤੇ ਚੱਲ ਰਹੇ ਹੈ ਇਸ ਸਮੇਂ ਦੀ ਹਕੂਮਤ ਦੇ ਨਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਲੜਨਾ ਹੀ ਲੜਨਾ, ਉਹਦੇ ਮਾਤਾ ਜੀ, ਛੋਟੇ ਛੋਟੇ ਬੱਚੇ ਵੀ ਇਹ ਜ਼ੁਲਮ ਦੇ ਖਿਲਾਫ ਲੜ ਰਹੇ ਆ ਤੇ ਅਸੀਂ ਵੀ ਉਹਦੇ ਵਿੱਚ ਆਪਣਾ ਹਿੱਸਾ ਜਿਹੜਾ ਉਹ ਪਾ ਦਈਏ। ਉਸ ਸਮੇਂ ਦੀ ਮਾਤਾ ਨੇ ਸਮਝਾਇਆ ਕਿ ਵਜੀਦਾ ਜਿਹੜਾ ਹੈ ਇਹਨੇ ਬੜਾ ਜ਼ੁਲਮ ਜਿਹੜਾ ਉਹ ਕਰਨਾ, ਜਿਹੜਾ ਇਹਨੇ ਵੀ ਕੁਝ ਕੀਤਾ। ਫਿਰ ਇਸ ਨੇ ਕੋਈ ਪਰਵਾਹ ਨਾ ਕੀਤੀ। ਫਿਰ ਇਸ ਨੇ ਆਪਣੀ ਘਰਵਾਲੀ ਦੇ ਜਿੰਨੇ ਗਹਿਣੇ ਸਨ ਉਹ ਮੰਗਾਏ ਤੇ ਜਿੰਨੇ ਪਹਿਰੇਦਾਰ ਲੱਗੇ ਸਨ, ਪਹਿਲੀ ਰਾਤ ਇਸ ਨੇ ਉਹਨਾਂ ਨੂੰ ਗਹਿਣਿਆਂ ਦਾ ਲਾਲਚ ਦੇ ਕੇ, ਮਾਇਆ ਦਾ ਲਾਲਚ ਦੇ ਕੇ ਪਹਿਲੀ ਰਾਤ ਦੁੱਧ ਪਿਆਇਆ। ਦੂਜੀ ਰਾਤ ਵੀ ਇਸੇ ਤਰ੍ਹਾਂ ਹੀ ਇਸ ਨੇ ਮਾਇਆ ਦੇ ਕੇ ਤੇ ਦੁੱਧ ਦੀ ਸੇਵਾ ਕੀਤੀ ਤੇ ਇਹ ਬੜੀ ਭਾਰੀ ਸੇਵਾ ਇਸ ਨੇ ਕੀਤੀ। ਬਾਅਦ ਦੇ ਵਿੱਚ ਫਿਰ ਜਦੋਂ ਪਤਾ ਚੱਲਿਆ, ਜਦੋਂ ਇਹ ਸਾਰਾ ਸਾਕਾ ਵਾਪਰ ਗਿਆ, ਮਗਰੋਂ ਫਿਰ ਇਸ ਦੇ ਪਰਿਵਾਰ ਨੂੰ, ਸਾਰੇ ਨੂੰ, ਇਹ ਵਜ਼ੀਰ ਖਾਨ ਨੇ ਛੋਟੇ ਜਿਹੇ ਬੱਚੇ ਨੂੰ, ਇਹਦੇ ਨੂੰ ਕੋਲੂ ਵਿੱਚ ਦੀ ਪੀੜਿਆ, ਸਾਰਾ ਪਰਿਵਾਰ ਹੀ ਕੁਰਬਾਨ ਹੋ ਗਿਆ। ਇਸ ਪ੍ਰਕਾਰ ਇਹ ਮਹਾਨ ਉਹਨਾਂ ਗੁਰਸਿੱਖਾਂ ਦੀਆਂ ਸ਼ਹਾਦਤਾਂ ਹਨ। ਇਸੇ ਪ੍ਰਕਾਰ ਜਦੋਂ ਅੱਜ ਦਾ 13 ਪੋਹ ਦਾ ਦਿਨ ਚੜ੍ਹਿਆ ਤੇ ਅੱਜ ਦਾ ਦਿਨ ਜਿਹੜਾ ਸੀ ਉਹ ਆਖਰੀ ਸੀ ਤੇ ਜਦੋਂ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਸਿਪਾਹੀ ਗਏ ਤੇ ਮਾਤਾ ਜੀ ਨੂੰ ਵੀ ਪਤਾ ਸੀ, ਕਿਉਂਕਿ ਬੰਦਗੀ ਐਸੀ ਸੀ ਮਾਤਾ ਜੀ ਦੀ, ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ 13 ਦਿਨ ਬੰਦਗੀ ਕੀਤੀ, ਉੱਥੇ ਹੀ ਮਾਤਾ ਗੁਜਰ ਕੌਰ ਜੀ ਨੇ ਵੀ ਮਹਾਨ ਘਾਲਣਾ ਉੱਥੇ ਘਾਲੀ। ਇਸੇ ਕਰਕੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਬਚਨ ਲਿਖੇ ਹਨ, ਤਾਤ ਮਾਤ ਮੁਰ ਅਲਖ ਅਰਾਧਾ, ਕਿ ਸਾਡੇ ਮਾਤਾ ਤੇ ਪਿਤਾ ਨੇ ਬੜੀ ਭਾਰੀ ਬੰਦਗੀ ਤੇ ਤਪੱਸਿਆ ਕੀਤੀ ਹੈ। ਮਾਤਾ ਜੀ ਤੇ ਸਭ ਕੁਝ ਜਾਣਦੇ ਸਨ ਕਿ ਇਹ ਹੁਣ ਅਖੀਰਲਾ ਸਮਾਂ ਨੇੜੇ ਆ ਗਿਆ ਤੇ ਮਾਤਾ ਜੀ ਨੇ ਆਪਣੇ ਹੱਥੀਂ ਅੰਮ੍ਰਿਤ ਵੇਲੇ ਸਾਰੇ ਸ਼ਸਤਰ ਬਸਤਰ ਜਿਹੜੇ ਸਜਾਏ, ਕਲਗੀਆਂ ਸਜਾਈਆਂ ਤੇ ਬਾਣੀ ਦਾ ਪਾਠ ਜਾਪ ਜਿਹੜਾ ਉਹ ਕੋਲੇ ਬਿਠਾ ਕੇ ਸਰਵਣ ਕਰਾਇਆ, ਸਿੱਖਿਆ ਬਖਸ਼ਿਸ਼ ਕੀਤੀ।
ਇਸ ਪ੍ਰਕਾਰ ਫਿਰ ਜਦੋਂ ਅੱਜ ਦੇ ਦਿਨ ਸਾਹਿਬਜ਼ਾਦਿਆਂ ਨੂੰ ਵਜੀਦੇ ਦੇ ਸਾਹਮਣੇ ਪੇਸ਼ ਕੀਤਾ ਗਿਆ, ਫਿਰ ਇਸ ਨੇ ਉਹੀ ਗੱਲ ਕਿ ਤੁਸੀਂ ਦੀਨ ਕਬੂਲ ਕਰ ਲਓ, ਤੁਸੀਂ ਇਹ ਸਿੱਖੀ ਨੂੰ ਤਿਆਗ ਦਿਓ, ਛੱਡ ਦਿਓ, ਤੁਹਾਨੂੰ ਸੁੱਖ ਮਿਲਣਗੇ, ਸਭ ਕੁਝ ਦਿੱਤਾ ਜਾਏਗਾ। ਪਰ ਸਾਹਿਬਜ਼ਾਦਿਆਂ ਨੇ ਇਨਕਾਰ ਕਰ ਦਿੱਤਾ। ਫਿਰ ਉਸ ਸਮੇਂ ਜਿੱਥੇ ਇਹਨਾਂ ਨੇ ਨੀਅਤ ਕੀਤੀ ਹੋਈ ਸੀ ਜਗ੍ਹਾ, ਉੱਥੇ ਫਿਰ ਸਾਹਿਬਜ਼ਾਦਿਆਂ ਨੂੰ ਖਿਲਾਰ ਕੇ ਜਿਹੜੀ ਕੰਧ ਹੈ, ਦੀਵਾਰ ਹੈ, ਉਹ ਚਿਣਨੀ ਸ਼ੁਰੂ ਕੀਤੀ। ਜਿਹੜੇ ਮਿਸਤਰੀ ਸਨ ਉਹਨਾਂ ਨੇ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਾਹਿਬਜ਼ਾਦਿਆਂ ਨੇ ਬਾਣੀ ਦਾ ਜਾਪ ਪ੍ਰਾਰੰਭ ਕਰ ਦਿੱਤਾ। ਇਸ ਪ੍ਰਕਾਰ ਬਾਣੀ ਪੜ੍ਹਦਿਆਂ ਜਿਹੜੀ ਕੰਧ ਸੀ ਛਾਤੀਆਂ ਤੱਕ ਆ ਗਈ। ਸਾਹ ਜਿਹੜੇ ਆ ਬੜੇ ਔਖੇ ਹੋਣ ਲੱਗ ਪਏ, ਰੁਕਣ ਲੱਗ ਪਏ। ਇਸ ਪ੍ਰਕਾਰ ਫਿਰ ਜਦੋਂ ਚਿਣੀ ਗਈ, ਫਿਰ ਇਹਨਾਂ ਨੇ ਦੀਵਾਰ ਤੋੜ ਦਿੱਤੀ ਤੇ ਬੇਹੋਸ਼ੀ ਦੀ ਹਾਲਤ ਦੇ ਅੰਦਰ ਸਾਹਿਬਜ਼ਾਦੇ ਚਲੇ ਗਏ। ਫਿਰ ਇਹਨਾਂ ਨੇ ਕਿਹਾ ਵੀ ਹੁਣ ਇਹਨਾਂ ਨੂੰ ਬਣਾ ਕੇ ਦੇਖੋ। ਫਿਰ ਇਹਨਾਂ ਨੇ ਤਲੀਆਂ ਝੱਸੀਆਂ, ਗਰਮ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਕਿ ਹੋਸ਼ ਆਵੇ। ਜਦੋਂ ਹੋਸ਼ ਆਉਣ ਤੋਂ ਫਿਰ ਪੁੱਛਿਆ ਗਿਆ ਤੇ ਫਿਰ ਸਾਹਿਬਜ਼ਾਦਿਆਂ ਨੇ ਇਨਕਾਰ ਕਰ ਦਿੱਤਾ ਵੀ ਨਹੀਂ, ਤੁਸੀਂ ਆਪਣਾ ਜਿਹੜਾ ਕੰਮ ਉਹ ਸ਼ੁਰੂ ਕਰੋ। ਉਸ ਸਮੇਂ ਫਿਰ ਕਹਿੰਦੇ ਇੱਥੇ ਕੇਸ ਚੱਲਦਾ ਸੀ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹ ਦੋ ਪਠਾਨ ਸਨ। ਇਹਨਾਂ ਦਾ ਮੁਕੱਦਮਾ ਚੱਲਦਾ ਸੀ, ਇਹ ਪੇਸ਼ੀ ਭੁਗਤਣ ਆਏ ਸੀ। ਫਿਰ ਇਹਨਾਂ ਨੂੰ ਵਜ਼ੀਰ ਖਾਨ ਨੇ ਆਖਿਆ ਕਿ ਤੁਹਾਡਾ ਕੇਸ ਜਿਹੜਾ ਉਹ ਮਾਫ ਕਰ ਦਿਆਂਗੇ, ਤੁਸੀਂ ਇਹਨਾਂ ਨੂੰ ਸ਼ਹੀਦ ਕਰੋ। ਫਿਰ ਇਹਨਾਂ ਨੇ ਤਲਵਾਰਾਂ ਦੇ ਨਾਲ ਜਿਹੜੀਆਂ ਸਾਹ ਰਗਾਂ ਸਨ ਉਹ ਸਾਹਿਬਜ਼ਾਦਿਆਂ ਦੀਆਂ ਕੱਟੀਆਂ ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਇਹ ਮਹਾਨ ਸ਼ਹਾਦਤ ਅੱਜ ਦੇ ਦਿਨ 13 ਪੋਹ ਸਰਹੰਦ ਦੀ ਧਰਤੀ ਤੇ ਪ੍ਰਾਪਤ ਕੀਤੀ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਲੋਕਾਂ ਦੇ ਅੰਦਰ, ਸਾਰੀ ਸਰਹੰਦ ਦੇ ਅੰਦਰ ਹਾਹਾਕਾਰ ਮਚ ਗਈ ਕਿ ਇੰਨਾ ਜ਼ੁਲਮ, ਇੰਨਾ ਅਤਿਆਚਾਰ ਕਿ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਉਹਨਾਂ ਤੇ ਵੀ ਤਰਸ ਨਹੀਂ ਕੀਤਾ। ਉਸ ਸਮੇਂ ਫਿਰ ਇਹ ਵਜ਼ੀਰ ਖਾਨ ਨੇ ਜਿਹੜੇ ਸਰੀਰ ਸਨ ਸਾਹਿਬਜ਼ਾਦਿਆਂ ਦੇ, ਉਹ ਜਿੱਥੇ ਅੱਜ ਗੁਰਦੁਆਰਾ ਠੰਡਾ ਬੁਰਜ ਹੈ, ਉਹਦੇ ਨਾਲ ਹੀ ਇੱਕ ਪਾਸੇ ਗੁਰਦੁਆਰਾ ਬਿਵਾਨ ਸਾਹਿਬ ਹੈ। ਉਸ ਜਗ੍ਹਾ ਤੇ ਸਰੀਰ ਜਿਹੜੇ ਉਹ ਉਸ ਸਮੇਂ ਜੰਗਲ ਸੀ, ਝਾੜ ਬੀਆਬਾਨ ਸੀ, ਉੱਥੇ ਰੱਖ ਦਿੱਤੇ। ਜਦੋਂ ਉੱਥੇ ਰੱਖ ਦਿੱਤੇ ਤੇ ਉਧਰ ਮਾਤਾ ਗੁਜਰ ਕੌਰ ਜੀ ਦੇ ਜਿਹੜਾ ਇਹ ਦੀਵਾਨ ਟੋਡਰ ਮੱਲ ਸੀ, ਜਦੋਂ ਇਹ ਉਸੇ ਸਰਹੰਦ ਦੇ ਅੰਦਰ ਹੀ ਰਹਿੰਦਾ ਸੀ, ਪਰ ਇਹ ਉਦਣ ਹੀ ਕਿਤੇ ਪਾਸੇ ਗਿਆ ਹੋਇਆ, ਉਦਣ ਹੀ ਆਇਆ ਸੀ। ਤੇ ਜਦੋਂ ਇਹਨੂੰ ਪਤਾ ਚੱਲਿਆ, ਇਹਨੇ ਸਾਹਿਬਜ਼ਾਦਿਆਂ ਦੇ ਸਰੀਰ ਜਿਹੜੇ ਉਹ ਸੰਭਾਲੇ। ਫਿਰ ਇਹ ਮਾਤਾ ਜੀ ਦੇ ਪਾਸ ਗਿਆ ਠੰਡੇ ਬੁਰਜ ਦੇ ਅੰਦਰ, ਤੇ ਜਾ ਕੇ ਜਦੋਂ ਮਾਤਾ ਜੀ ਬੈਠੇ ਸਨ ਸਮਾਧੀ ਲਾ ਕੇ, ਚੌਂਕੜਾ ਲਾ ਕੇ, ਤੇ ਇਹਨੇ ਜਾ ਕੇ ਇਹਦਾ ਦੱਸਣ ਦਾ ਹੌਸਲਾ ਨਹੀਂ ਪਿਆ ਤੇ ਬੜੀ ਉੱਚੀ ਉੱਚੀ ਰੋਣ ਲੱਗ ਪਿਆ। ਤੇ ਮਾਤਾ ਜੀ ਤਾਂ ਸਮਝ ਗਏ। ਮਾਤਾ ਜੀ ਨੇ ਉਸੇ ਸਮੇਂ ਲੰਮੇ ਪੈ ਗਏ, ਚਾਦਰਾ ਲੈ ਲਿਆ ਤੇ ਸਵਾਸ ਜਿਹੜੇ ਸੀ ਉਹ ਤਿਆਗ ਦਿੱਤੇ। ਇਸ ਪ੍ਰਕਾਰ ਫਿਰ ਇਸ ਨੇ ਮਾਤਾ ਜੀ ਦਾ ਵੀ ਸਰੀਰ ਉਹ ਸਾਹਿਬਜ਼ਾਦਿਆਂ ਵਾਲੀ ਥਾਂ ਤੇ ਲੈ ਕੇ ਆਂਦਾ। ਫਿਰ ਇਸ ਨੇ ਤੇ ਨਾਲ ਮੋਤੀ ਰਾਮ ਮਹਿਰਾ ਜੀ ਨੇ ਇੱਕ ਸਿੱਖ ਦਾ ਹੋਰ ਜ਼ਿਕਰ ਆਉਂਦਾ, ਜੋਧ ਸਿੰਘ ਕਰਕੇ। ਫਿਰ ਇਹਨਾਂ ਸਾਰੇ ਪਰਿਵਾਰਾਂ ਨੇ ਮਿਲ ਕੇ ਜਿਵੇਂ ਜਿਵੇਂ ਅੱਗੇ ਸੰਸਕਾਰ ਦੀ ਜਿਹੜੀ ਕਿਰਿਆ ਸੀ ਉਹ ਨਿਭਾਈ, ਉਹ ਸੇਵਾ ਕੀਤੀ, ਉਹ ਆਪਾਂ ਕੱਲ ਦੇ ਸਮੇਂ ਸਰਵਣ ਕਰਾਂਗੇ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਤੇ ਮਾਤਾ ਜੀ ਨੇ ਸ਼ਹਾਦਤ ਦੀ ਅਵਧੀ ਨੂੰ ਪ੍ਰਾਪਤ ਕੀਤਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਪਾਸੇ ਇਹ ਅਤਿਆਚਾਰ ਦੇ ਜ਼ੁਲਮ ਦੀ ਗੱਲ ਹੋਣ ਲੱਗ ਪਈ। ਤੇ ਉਸ ਸਮੇਂ ਭਾਰੀ ਗਿਣਤੀ ਦੇ ਅੰਦਰ ਫਿਰ ਇਹਨਾਂ ਦਾ ਵਿਰੋਧ ਹੋਇਆ, ਮੁਸਲਮਾਨਾਂ ਦਾ, ਸਮੇਂ ਦੀਆਂ ਹਕੂਮਤਾਂ ਦਾ, ਔਰੰਗਜ਼ੇਬ ਦਾ। ਬਾਕੀ ਦੇ ਜਿਹੜੇ ਕੋਈ ਰਾਜੇ ਸਨ ਉਹਨਾਂ ਨੇ ਵੀ ਇਹਨਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਦਾ ਰਾਜ ਭਾਗ ਨਸ਼ਟ ਹੁੰਦਾ ਦਿਸਣ ਲੱਗਿਆ। ਇਸ ਪ੍ਰਕਾਰ ਫਿਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਮਗਰੋਂ 18ਵੀਂ ਸਦੀ ਦੇ ਅੰਦਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਿੰਘਾਂ ਨੇ ਸਾਰੀ ਸਰਹੰਦ ਹੀ ਉਜਾੜ ਦਿੱਤੀ। ਵਜੀਦ ਖਾਨ ਨੂੰ
ਘੋੜਿਆਂ ਦੇ ਮਗਰ ਪਾ ਪਾ ਕੇ ਘਸੀਟ ਕੇ ਇਸ ਨੂੰ ਮਾਰਿਆ। ਇਸ ਪ੍ਰਕਾਰ ਇਹ ਸਾਰੀ ਸਰਹੰਦ ਦੇ ਅੰਦਰ ਹੀ ਫਿਰ ਉਸ ਸਮੇਂ ਸਿੰਘਾਂ ਨੇ ਬੁਰਾ ਹਾਲ ਕੀਤਾ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਰਉਪਕਾਰ ਜੋ ਆਪਾਂ ਚਿੱਤੇ ਕਰ ਰਹੇ ਹਾਂ, ਜਿਵੇਂ ਜਿਵੇਂ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ, ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿਣੀਆਂ ਹਨ। ਸੋ